ਅੱਜ ਇਹ ਖਿਆਲ ਆਇਆ ਵੀ ਲੱਗਦਾ ਹੈ ਕੁਛ ਕੁ ਸੁਣਨ ਵਾਲੇ ਸੱਜਣ ਮਿੱਤਰ ਐਸਾ ਸੋਚ ਰਹੇ ਹਨ ਕਿ ਇਹ ਆਪਣੇ ਆਪ ਨੂੰ ਗੁਰੂ ਕਹਾ ਰਹੇ ਹਨ, ਕਿਉਂਕਿ ਗੁਰੂਆਂ ਵਰਗਾ ਹੀ ਤਾਂ ਬੋਲ ਰਹੇ ਹਨ। ਉਹਨਾਂ ਦੀ ਤਰ੍ਹਾਂ ਹੀ ਤਾਂ ਬੋਲ ਰਹੇ ਹਨ ਵੀ ਆ ਜਾਓ, ਅਗਰ ਮਿਟਣਾ ਹੈ ਤਾਂ ਕਰ ਦੋ ਭੇਟ ਆਪਣਾ ਮਨ। ਤੇ ਖਿਆਲ ਐਸਾ ਪੈਦਾ ਹੋਵੇਗਾ ਹੀ ਨਾ, ਸੁਭਾਵਿਕ ਹੀ ਹੈ। ਪਰ ਮੇਰੀ ਵੀ ਮਜਬੂਰੀ ਹੈ, ਕਿਉਂਕਿ ਜਿਹੜਾ ਵੀ ਉਹਨੂੰ ਜਾਣ ਲੈਂਦਾ ਹੈ ਨਾ, ਜਿਹਨੂੰ ਪਿੱਛੇ ਸਤਿਪੁਰਖਾਂ ਨੇ ਗੁਰੂਆਂ ਨੇ ਜਾਣਿਆ ਸੀ, ਉਹ ਵੈਸਾ ਹੀ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਹਨੂੰ ਬਾਹਰੋਂ ਬੋਲਣਾ ਬਹੁਤ ਕਠਿਨ ਹੋ ਜਾਂਦਾ ਹੈ। ਇਸੇ ਕਾਰਨ ਹੀ ਤਾਂ ਲੋਕ ਨਾਰਾਜ਼ ਹੁੰਦੇ ਹਨ। ਸੁਕਰਾਤ ਨੂੰ ਜ਼ਹਿਰ ਪਿਆਈ ਸੀ ਵੀ ਤੂੰ ਸੱਚ ਨਾ ਬੋਲ। ਉਹ ਇਸੇ ਕਾਰਨ ਹੀ ਵੀ ਇਹ ਗੁਰੂਆਂ ਪੀਰਾਂ ਵਾਂਗੂ ਬੋਲਣ ਲੱਗ ਪਿਆ, ਉਹਨਾਂ ਦੀ ਭਾਸ਼ਾ ਬੋਲਣ ਲੱਗ ਪਿਆ ਤੇ ਲੋਕ ਨਾਰਾਜ਼ ਹੁੰਦੇ ਹਨ। ਪਰ ਮੈਂ ਵੀ ਕੀ ਕਰਾਂ, ਮੇਰੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਜੈਸਾ ਜਾਣਿਆ ਹੈ ਨਾ ਵੈਸਾ ਹੀ ਮੂੰਹ ਨਿਕਲ ਜਾਂਦਾ ਹੈ। ਕਿਉਂਕਿ ਅੰਦਰ ਬੋਲਣ ਦੇ ਪਿੱਛੇ ਉਹ ਖੜਾ ਹੈ। ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਪਰ ਬਾਹਰੋਂ ਸਰੀਰ ਕਰਕੇ ਮੈਂ ਗੁਰੂ ਅਖਵਾਉਣਾ ਨਹੀਂ ਚਾਹੁੰਦਾ ਹਾਂ, ਕਿਉਂਕਿ ਬਾਹਰੋਂ ਗੁਰੂ ਅਖਵਾਉਣ ਵਾਲੇ ਨੂੰ ਵਿਸ਼ਿਸ਼ਟ ਹੋਣਾ ਪੈਂਦਾ ਹੈ ਤੇ ਮੈਂ ਵਿਸ਼ਿਸ਼ਟ ਨਹੀਂ ਹੋਣਾ ਚਾਹੁੰਦਾ ਹਾਂ, ਮੈਂ ਸਾਧਾਰਨ ਰਹਿਣਾ ਚਾਹੁੰਦਾ ਹਾਂ। ਇਸੇ ਕਾਰਨ ਹੀ ਮੈਂ ਸਾਧਾਰਨ ਲੋਕਾਂ ਦੇ ਵਿੱਚ ਰਹਿ ਰਿਹਾ ਹਾਂ, ਜਿਹੜੇ ਮੈਨੂੰ ਜਾਣਦੇ ਵੀ ਨਹੀਂ ਹੈ, ਕੋਈ ਆਦਰ ਸਤਿਕਾਰ ਵੀ ਨਹੀਂ ਕਰਦੇ ਹਨ। ਮੈਨੂੰ ਚੰਗਾ ਲੱਗਦਾ ਹੈ ਸਾਧਾਰਨ ਜ਼ਿੰਦਗੀ ਜੀਣਾ। ਇਸੇ ਕਾਰਨ ਹੀ ਤਾਂ ਮੈਂ ਬਾਹਰੋਂ ਗੁਰੂ ਅਖਵਾਉਣਾ ਪਸੰਦ ਨਹੀਂ ਕਰਦਾ, ਨਾ ਹੀ ਮੈਂ ਅਜੇ ਤੱਕ ਕਿਸੇ ਨੂੰ ਸ਼ਿਸ਼ ਕਿਹਾ ਹੈ, ਨਾ ਹੀ ਬਣਾਇਆ ਹੈ, ਨਾ ਹੀ ਪੂਜਾ ਕਰਾਈ ਹੈ ਗੁਰੂ ਦੀ ਤਰ੍ਹਾਂ, ਕਿਉਂਕਿ ਮੈਂ ਜਾਣਦਾ ਹਾਂ ਨਾ ਕਿ ਜਿਹੜਾ ਬਾਹਰੋਂ ਗੁਰੂ ਅਖਵਾਉਂਦਾ ਹੈ, ਕਹਾਉਂਦਾ ਹੈ, ਉਹਨੂੰ ਵਿਸ਼ਿਸ਼ਟ ਹੋਣਾ ਪੈਂਦਾ ਹੈ, ਅਸਹਿਜ ਹੋਣਾ ਪੈਂਦਾ ਹੈ। ਕਿਉਂਕਿ ਵਿਸ਼ਿਸ਼ਟ ਹੋਣ ਵਾਸਤੇ ਅਸਹਿਜ ਤੇ ਹੋਵੋਗੇ ਹੀ ਨਾ ਵੀ ਮੈਂ ਸ੍ਰੇਸ਼ਟ ਹਾਂ, ਗੁਰੂ ਹਾਂ, ਬਾਕੀ ਸਾਰੇ ਸ਼ਿਸ਼ ਹਨ। ਇਸ ਕਾਰਨ ਉਹਨੂੰ ਨਿਯਮ ਮਰਿਆਦਾ ਵੀ ਬਣਾਉਣੀ ਪਵੇਗੀ। ਕਈਆਂ ਨੇ ਗੁਰੂਆਂ ਨੇ ਦਰਸ਼ਨ ਕਰਨ ਵਾਸਤੇ ਟਾਈਮ ਟੇਬਲ ਵੀ ਬਣਾਏ ਹੋਏ ਹਨ, ਕਈ ਸ਼ਰਤਾਂ ਵੀ ਰੱਖ ਦਿੰਦੇ ਹਨ, ਇੰਨੀਆਂ ਚੌਕੀਆਂ ਭਰੋਗੇ ਤਾਂ ਦਰਸ਼ਨ ਹੋਣਗੇ, ਜਾਂ ਇੰਨਾ ਧਿਆਨ ਕਰੋਗੇ, ਇੰਨਾ ਜਪ ਕਰੋਗੇ। ਅਤੇ ਉਹਨਾਂ ਨੂੰ ਵਿਸ਼ਿਸ਼ਟ ਹੋ ਕੇ ਅੰਦਰ ਬੈਠਣਾ ਪੈਂਦਾ ਹੈ।
ਤੇ ਮੈਂ ਵਿਸ਼ਿਸ਼ਟ ਨਹੀਂ ਹੋਣਾ ਚਾਹੁੰਦਾ ਹਾਂ। ਮੈਨੂੰ ਬਿਲਕੁਲ ਸਾਧਾਰਨ ਜਿਹੜੀ ਜ਼ਿੰਦਗੀ ਹੈ ਨਾ, ਆਹ ਸਹਿਜ, ਕੋਈ ਨਹੀਂ ਜਾਣਦਾ, ਕੋਈ ਨਹੀਂ ਪੁੱਛਦਾ, ਕੋਈ ਪੈਰਾਂ 'ਤੇ ਹੱਥ ਲਾਉਣ ਵਾਲਾ ਨਹੀਂ, ਚੰਗੀ ਲੱਗਦੀ ਹੈ, ਆਪਣੇ ਵਰਗੇ ਹੀ ਸਾਰੇ ਆ। ਫਿਰ ਸਾਧਾਰਨ ਨੂੰ ਕੋਈ ਸਿਆਣੇਗਾ ਵੀ ਨਹੀਂ, ਇਹ ਵੀ ਮੈਨੂੰ ਪਤਾ ਹੈ। ਜਿਹੜੇ ਸਾਧਾਰਨ ਸਨ ਨਾ, ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ, ਉਹਨਾਂ ਨੂੰ ਕੋਈ ਸਿਆਣਦਾ ਥੋੜ੍ਹੀ ਸੀ ਬਾਹਰ ਦੇਖ ਕੇ ਵੀ ਜਲਾਹੇ ਹਨ ਆਪਣਾ ਕੰਮ ਕਰਦੇ। ਬਾਹਰੋਂ ਤੇ ਬਾਬੇ ਨਾਨਕ ਨੂੰ ਕਿਸੇ ਨੇ ਨਹੀਂ ਸਿਆਣਿਆ ਸੀ। ਉਹ ਵੀ ਸਾਧਾਰਨ ਸਹਿਜ ਹੋਣਗੇ ਨਾ। ਫਿਰ ਇਹ ਬਾਹਰੋਂ ਪ੍ਰਗਟ ਨਹੀਂ ਕਰਦੇ ਹਨ ਵੀ ਮੈਂ ਗੁਰੂ ਹਾਂ। ਇਸੇ ਕਾਰਨ ਹੀ ਉਪਦੇਸ਼ ਦਿੰਦੇ ਹਨ ਵੀ ਉਪਦੇਸ਼ ਸੁਣ ਕੇ ਆਪਣੇ ਜੀਵਨ 'ਚ ਧਾਰਨ ਕਰਕੇ ਫਿਰ ਤੁਸੀਂ ਮੈਨੂੰ ਦੇਖੋ, ਫਿਰ ਤੁਹਾਨੂੰ ਉਹ ਵਾਸਤਵਿਕ ਸਰੂਪ ਅੰਦਰਲਾ ਦਿਖੇਗਾ, ਗੁਰੂ ਦਾ ਨਿਰਗੁਣ ਨਿਰਾਕਾਰ। ਬਾਹਰਲਾ ਸਰੂਪ ਤੇ ਝੂਠ ਹੈ ਨਾ, ਇਹ ਸਰੀਰ ਤੇ ਝੂਠਾ ਹੀ ਹੈ, ਤੇ ਝੂਠੇ ਨੂੰ ਦੇਖ ਕੇ ਉਪਲਬਧੀ ਥੋੜ੍ਹੀ ਹੁੰਦੀ ਹੈ। ਤੇ ਝੂਠੇ ਸਰੀਰ ਨੂੰ ਗੁਰੂ ਸਮਝ ਕੇ ਵੀ ਕੋਈ ਉਪਲਬਧੀ ਨਹੀਂ ਹੋਣੀ ਹੈ, ਕਿਉਂਕਿ ਆਦਮੀ ਨੇ ਬਾਹਰ ਝੂਠ ਦੇ ਨਾਲ ਹੀ ਜੁੜਨਾ ਹੈ। ਤੇ ਇਹ ਨਾਮ ਰੂਪ ਝੂਠ ਹਨ। ਇਸ ਕਾਰਨ ਮੈਂ ਕਹਿੰਦਾ ਹਾਂ ਵੀ ਤੁਸੀਂ ਮੈਨੂੰ ਬਾਹਰੋਂ ਗੁਰੂ ਨਾ ਸਮਝੋ। ਹਾਂ, ਗੁਰੂਆਂ ਦੀ ਤਰ੍ਹਾਂ ਮੈਂ ਬੋਲ ਜ਼ਰੂਰ ਰਿਹਾ ਹਾਂ। ਝੂਠੇ ਸਰੀਰ ਦਾ ਉਪਯੋਗ ਕੀਤਾ ਜਾ ਰਿਹਾ ਹੈ ਬੋਲਣ ਵਾਸਤੇ, ਪਰ ਬੋਲਣ ਦੇ ਜਿਹੜਾ ਪਿੱਛੇ ਖੜਾ ਹੈ ਨਾ, ਉਹ ਹੈ ਵਾਸਤਵਿਕ। ਤੇ ਉਹਨੂੰ ਤੁਸੀਂ ਮਨ ਦਾ ਪਰਦਾ ਹਟਾ ਕੇ ਦੇਖੋਗੇ। ਕਹਿੰਦੇ ਹਨ ਨਾ, ਘੁੰਗਟ ਕੇ ਪਟ ਖੋਲ ਪਿਆ ਮਿਲੇਂਗੇ। ਇਹ ਮਨ ਰੂਪੀ ਪਰਦੇ ਨੂੰ ਚੱਕਣ ਦੀ ਗੱਲ ਕਹੀ ਹੈ ਵੀ ਚੱਕ ਕੇ ਤੁਸੀਂ ਦੇਖੋਗੇ ਨਾ, ਫਿਰ ਇਹ ਬਾਹਰਲਾ ਨਜ਼ਰ ਨਹੀਂ ਆਵੇਗਾ ਤੁਹਾਨੂੰ, ਕਿਉਂਕਿ ਬਾਹਰਲਾ ਮਨ ਦੁਆਰਾ ਨਜ਼ਰ ਆਉਂਦਾ ਹੈ, ਸੰਸਾਰ ਮਨ ਦੁਆਰਾ ਨਜ਼ਰ ਆਉਂਦਾ ਹੈ। ਫਿਰ ਬਾਹਰਲਾ ਨਜ਼ਰ ਨਹੀਂ ਆਵੇਗਾ, ਫਿਰ ਅੰਦਰਲਾ ਨਜ਼ਰ ਆਵੇਗਾ। ਫਿਰ ਇੱਕ ਵਾਰ ਅੰਦਰਲਾ ਨਜ਼ਰ ਆ ਗਿਆ ਨਾ, ਫਿਰ ਸਮਰਪਣ ਸਹਿਜ ਹੋਵੇਗਾ, ਕਿਉਂਕਿ ਫਿਰ ਅੰਦਰਲੇ ਨੂੰ ਦੇਖ ਕੇ ਸਮਰਪਣ ਹੋਵੇਗਾ। ਕਠਿਨਾਈ ਤਾਂ ਫਿਰ ਵੀ ਹੋਵੇਗੀ, ਪਰ ਫਿਰ ਮਨ ਝੱਲਣ ਨੂੰ ਤਿਆਰ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸਮਰਪਣ ਕਰਨਾ ਹੈ ਭਵਿੱਖ ਦਾ। ਭਵਿੱਖ ਨੂੰ ਸੋਚ ਕੇ ਮਨ ਚੱਲਦਾ ਹੈ, ਤੇ ਲਗਾਤਾਰ ਆਦਮੀ ਦੀ ਆਦਤ ਬਣੀ ਹੋਈ ਹੈ ਮਨ ਨੂੰ ਚਲਾਉਣ ਦੀ। ਤੇ ਅਗਰ ਉਹਦਾ ਭਵਿੱਖ ਖੋਹ ਲਿਆ ਜਾਵੇ ਤੇ ਮਨ ਬਹੁਤ ਬੇਚੈਨ ਹੁੰਦਾ ਹੈ, ਕਿਉਂਕਿ ਅੱਗੇ ਚੱਲਣ ਦੀ ਕੋਈ ਗਤੀ ਨਹੀਂ ਮਿਲ ਰਹੀ ਹੈ। ਜਿਵੇਂ ਜਗਮੋਹਨ ਸਿੰਘ ਨੇ ਮਕਾਨ ਬਣਾਉਣ ਵਾਸਤੇ ਕਿਹਾ ਸੀ, ਤੇ ਮੈਂ ਇਜਾਜ਼ਤ ਦੇ ਦਿੰਦਾ, ਤੇ ਮਨ ਉਸ ਮਕਾਨ ਬਣਾਉਣ ਵਾਸਤੇ ਵਿਚਾਰ ਕਰਦਾ, ਭਵਿੱਖ ਦੀ ਸੋਚਦਾ ਤੇ ਚੱਲਦਾ, ਤੇ ਸਾਲ 2 ਸਾਲ ਬਣਾਉਣ ਨੂੰ ਲੱਗ ਜਾਂਦੇ, ਫਿਰ ਬਾਕੀ ਜ਼ਿੰਦਗੀ ਉਹਨੂੰ ਸਾਂਭਣ ਵਿੱਚ ਲੱਗ ਜਾਂਦੀ, ਤੇ ਮਨ ਚੱਲਦਾ ਰਹਿੰਦਾ। ਤੇ ਮੈਂ ਇਜਾਜ਼ਤ ਨਹੀਂ ਦਿੱਤੀ, ਤੇ ਭਵਿੱਖ ਦੇ ਦਰਵਾਜ਼ੇ ਬੰਦ ਹੋ ਗਏ। ਫਿਰ ਮਨ ਲੱਗਾ ਨਹੀਂ ਇੱਥੇ। ਅਗਰ ਇਜਾਜ਼ਤ ਦੇ ਜਾਂਦਾ ਤੇ ਫਿਰ ਇੱਥੇ ਹੀ ਲੱਗ ਜਾਣਾ ਸੀ ਮਨ ਨੇ, ਕਿਉਂਕਿ ਲੱਗਾ ਰਹਿਣਾ ਸੀ ਨਾ ਫਿਰ ਆ ਰਹੀ।
ਖੇਡ ਖਿਡੌਣਿਆਂ ਦੇ ਵਿੱਚ ਇੱਦਾਂ ਹੀ ਲਾ ਛੱਡਦੇ ਹਨ ਲੋਕ। ਖਿਆਲ ਰੱਖਿਓ, ਮੈਂ ਐਸਾ ਨਹੀਂ ਕਹਿ ਰਿਹਾ ਹਾਂ ਵੀ ਜਗਮੋਹਨ ਸਿੰਘ ਗਲਤ ਹਨ, ਬੁਰੇ ਹਨ। ਨਹੀਂ ਹੈ ਤੇ ਬਹੁਤ ਭਲੇ ਪੁਰਸ਼, ਬਹੁਤ ਭਾਵਨਾ ਵਾਲੇ ਹਨ। ਪਰ ਮੈਂ ਕਹਿ ਰਿਹਾ ਵੀ ਮਨ ਐਸਾ ਹੈ, ਅਗਰ ਹੋਰ ਵੀ ਕੋਈ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਵੀ ਮਨ ਨੇ ਐਸਾ ਹੀ ਕਰਨਾ। ਮਨ ਦਾ ਸੁਭਾਵ ਹੈ। ਅਗਰ ਭਵਿੱਖ ਦੇ ਦਰਵਾਜ਼ੇ ਬਿਲਕੁਲ ਬੰਦ ਕਰ ਦੇਵੋ ਤੇ ਮਨ ਦਾ ਦਮ ਘੁੱਟਣ ਲੱਗ ਜਾਂਦਾ ਹੈ। ਫਿਰ ਦੂਸਰੀ ਗੱਲ ਹੈ ਕਿ ਮੈਂ ਸਾਧਨਾ, ਜਪ ਤਪ, ਭਜਨ ਪਾਠ, ਪੂਜਾ ਕੁਝ ਵੀ ਨਹੀਂ ਕਰਨ ਨੂੰ ਕਹਿੰਦਾ ਹਾਂ। ਅਗਰ ਉਹ ਵੀ ਕਰਨ ਨੂੰ ਕਹਿ ਦਿੱਤਾ ਜਾਵੇ ਤਾਂ ਵੀ ਆਸ ਹੁੰਦੀ ਹੈ ਮਨ ਨੂੰ ਵੀ ਮੈਂ ਕੁਛ ਕਰ ਰਿਹਾ ਹਾਂ, ਕੁਛ ਮਿਲੇਗਾ। ਤੇ ਮੈਂ ਕਹਿੰਦਾ ਹਾਂ ਮਿਲਣ ਦੀ ਗੱਲ ਹੀ ਛੱਡੋ ਤੁਸੀਂ, ਭਵਿੱਖ ਦੀ ਮਿਲਣ ਦੀ ਗੱਲ ਕਰਕੇ ਹੀ ਤਾਂ ਮਨ ਚੱਲ ਰਿਹਾ ਹੈ। ਆਸਾ ਕਰਕੇ ਚੱਲ ਰਿਹਾ ਹੈ ਨਾ ਕੁਛ ਮਿਲੇਗਾ। ਇਸੇ ਕਾਰਨ ਤਾਂ ਕਿਹਾ ਹੈ ਸਤਿਗੁਰਾਂ ਨੇ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਆਸਾ, ਇੱਛਾ, ਮਨ ਦੀਆਂ ਚਾਹਤਾਂ ਅੱਗੇ ਪਾਉਣ ਦੀਆਂ, ਉਹਨਾਂ ਕਰਕੇ ਜਿਹੜਾ ਕਰਮ ਧਰਮ ਕਰਦਾ ਹੈ ਨਾ ਉਹ ਬੰਧਨ ਵਿੱਚ ਪਾਉਂਦਾ ਹੈ। ਭਾਵ ਕਿ ਕੋਈ ਵੀ ਜਪ ਕਰ ਰਿਹਾ ਹੈ, ਤਪ ਕਰ ਰਿਹਾ ਹੈ, ਸਾਧਨਾ ਕਰਦਾ ਹੈ, ਪਾਠ ਕਰਦਾ ਹੈ, ਪੂਜਾ ਕਰਦਾ ਭਵਿੱਖ 'ਚ ਕੁਛ ਪਾਉਣ ਵਾਸਤੇ, ਅਤੇ ਉਹ ਬੰਧਨ ਦੇ ਵਿੱਚ ਪੈ ਰਿਹਾ ਹੈ। ਇਹ ਸ਼ਬਦ ਦਾ ਇਹ ਅਰਥ ਹੈ ਇਹਨਾਂ ਪੰਕਤੀਆਂ ਦਾ। ਕਿਉਂਕਿ ਭਵਿੱਖ ਦੇ ਵਿੱਚ ਮਨ ਚੱਲਦਾ ਹੀ ਰਹੇਗਾ, ਕੁਛ ਨਾ ਕੁਛ ਪਾਉਣ ਦੀ ਇੱਛਾ ਬਣੀ ਹੀ ਰਹੇਗੀ ਅਤੇ ਚੱਲਦਾ ਰਹੇਗਾ। ਅਤੇ ਭਵਿੱਖ ਦੇ ਦਰਵਾਜ਼ੇ ਅਗਰ ਬੰਦ ਕਰ ਦਿੱਤੇ ਜਾਣ ਤੇ ਬਹੁਤ ਕਠਿਨ ਹੈ। ਆਦਮੀ ਦਾ ਜੀਣਾ ਹੀ ਕਠਿਨ ਹੋ ਜਾਂਦਾ ਹੈ ਵੀ ਕੁਛ ਵੀ ਲਕਸ਼ ਨਹੀਂ ਹੈ ਤੇ ਕਿਉਂ ਜੀਣਾ ਹੈ। ਫਿਰ ਜੀਣ ਦੀ ਵਾਸ਼ਨਾ ਹੀ ਖਤਮ ਹੋ ਜਾਂਦੀ ਹੈ। ਤਦੇ ਤਾਂ ਕਿਹਾ ਹੈ ਸਤਿਗੁਰਾਂ ਨੇ ਵੀ ਜੀਵਨ ਦੀ ਚਾਹਤ ਨਹੀਂ ਹੈ ਜਿਨ੍ਹਾਂ ਨੂੰ ਸੰਸਾਰ ਵਿੱਚ, ਉਹ ਆਓ ਤੇ ਉਹ ਭਵਿੱਖ ਨੂੰ ਸਮਰਪਿਤ ਕਰ ਸਕਦੇ ਹਨ। ਫਿਰ ਜਿਹੜਾ ਅਤੀਤ ਹੈ, ਪਿੱਛੇ ਬਣਿਆ ਹੋਇਆ ਮਨ ਹੈ, ਉਹ ਆਸਤੇ ਆਸਤੇ ਸਮਾਪਤ ਹੁੰਦਾ ਹੈ, ਅੱਗੇ ਬਣਦਾ ਨਹੀਂ। ਫਿਰ ਪਿਛਲਾ ਆਸਤੇ ਆਸਤੇ ਸਮਾਪਤ ਹੁੰਦਾ ਰਹਿੰਦਾ ਹੈ ਸਹਿਜ ਹੀ। ਪਰ ਉਹਨੂੰ ਵੀ ਸਮਾਂ ਲੱਗਦਾ ਹੈ, ਸਾਲਾਂ ਬੱਧੀ ਲੱਗ ਸਕਦਾ ਹੈ, ਕਿਉਂਕਿ ਮਨ ਦੀਆਂ ਆਦਤਾਂ ਆਸਤੇ ਆਸਤੇ ਛੁੱਟਣਗੀਆਂ। ਸਭ ਤੋਂ ਭੈੜੀ ਆਦਤ ਹੈ ਵਿਚਾਰ ਕਰਨ ਦੀ, ਸੋਚਣ ਦੀ। ਉਹ ਬਣੀ ਹੋਈ ਨਾ ਪਿੱਛੇ, ਲਗਾਤਾਰ ਚੱਕਾ ਘੁੰਮ ਰਿਹਾ ਹੈ ਵਿਚਾਰ ਦਾ, ਤਾਂ ਉਹ ਆਸਤੇ ਆਸਤੇ ਛੁੱਟੇਗੀ, ਉਹਨੂੰ ਬਹੁਤ ਸਮਾਂ ਲੱਗੇਗਾ। ਇਹੋ ਹੀ ਮੈਂ ਕਹਿੰਦਾ ਹਾਂ, ਕੋਈ ਭਵਿੱਖ ਦੀ ਵਿਚਾਰ ਨਾ ਕਰੇ, ਸੋਚੇ ਨਾ, ਕੋਈ ਚਾਹਤ ਨਾ ਕਰੇ, ਸਹਿਜ ਹੀ ਕੋਈ ਸੇਵਾ ਕਰੀ ਜਾਵੇ, ਭਾਵਨਾ ਨਾ, ਤਾਂ ਕਿ ਉਹਦੇ ਵਿੱਚ ਧਿਆਨ ਲੱਗ ਸਕੇ ਅਤੇ ਲੱਗਦਾ ਰਹੇ ਹੌਲੀ ਹੌਲੀ। ਕਿਉਂਕਿ 24 ਘੰਟੇ ਬੈਠ ਕੇ ਧਿਆਨ ਕਰਨਾ ਔਖਾ ਹੈ, ਸੇਵਾ ਕਰਨੀ ਸਖਾਲੀ ਹੈ। ਅਤੇ ਧੀਰੇ ਧੀਰੇ ਧਿਆਨ ਦ੍ਰਿੜ ਹੋਣ ਲੱਗ ਜਾਂਦਾ ਹੈ ਅਤੇ ਪਿਛਲੀ ਵਿਚਾਰਧਾਰਾ ਟੁੱਟਣ ਲੱਗ ਜਾਂਦੀ ਹੈ ਅਤੇ ਅੱਗੇ ਮਨ ਬਣਦਾ ਨਹੀਂ, ਕੋਈ ਚਾਹੀਦਾ ਹੀ ਨਹੀਂ। ਅਤੇ ਐਸਾ ਸਹਿਜ ਉਦੋਂ ਹੋਵੇਗਾ ਜਦੋਂ ਤੁਸੀਂ ਅੰਦਰੋਂ ਮਿਲੋਗੇ, ਬਾਹਰੋਂ ਨਹੀਂ। ਵਿਚਾਰ ਕਰਕੇ, ਸੋਚ ਕਰਕੇ ਨਹੀਂ ਮਿਲੋਗੇ, ਬਿਨਾਂ ਸੋਚੇ, ਬਿਨਾਂ ਵਿਚਾਰੇ ਜਦੋਂ ਤੁਸੀਂ ਮਨ ਦਾ ਪਰਦਾ ਚੱਕ ਕੇ ਦੇਖੋਗੇ ਅਤੇ ਉਹ ਵਾਸਤਵਿਕ ਸਰੂਪ ਦੇ ਦਰਸ਼ਨ ਹੋਣਗੇ ਨਾ, ਉਹ ਹੀ ਵਾਸਤਵਿਕ ਸਰੂਪ ਹੈ ਜਿਹਦੇ ਦਰਸ਼ਨ ਕਰਨੇ ਹਨ, ਉਹ ਹੀ ਗੁਰੂ ਹੈ। ਅਤੇ ਫਿਰ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਫਿਰ ਜੋ ਅੰਦਰ ਤੁਹਾਨੂੰ ਝਲਕ ਮਿਲੀ ਹੈ ਨਾ, ਉਹਦੇ ਦੁਆਰਾ ਆਪਣੇ ਆਪ ਸਹਿਜ ਹੀ ਸਮਰਪਣ ਹੁੰਦਾ ਰਹੇਗਾ। ਐਸਾ ਨਹੀਂ ਮੈਂ ਕੁਛ ਕਰਾਂਗਾ, ਨਹੀਂ, ਨਾ ਮੈਂ ਕੁਝ ਕਰਾਂਗਾ ਨਾ ਤੁਸੀਂ ਕੁਝ ਕਰੋਗੇ। ਫਿਰ ਜੋ ਅੰਦਰਲਾ ਹੈ ਨਾ ਉਹ ਹੀ ਕੁਝ ਕਰੇਗਾ, ਅਤੇ ਉਹ ਹੀ ਕਰਦਾ ਹੈ ਹਮੇਸ਼ਾ।
ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਵੀ ਮਿਲਣ ਦੀ ਕਾਹਲੀ ਨਾ ਕਰਿਓ। ਕਈ ਸੱਜਣਾਂ ਨੂੰ ਬੜੀ ਕਾਹਲੀ ਹੈ, ਨਹੀਂ, ਸਮਾਂ ਆਉਣ ਦਿਓ, ਉਹ ਮਿਲਣ ਦੀ ਘੜੀ ਆਉਣ ਦਿਓ, ਜਿਹੜੀ ਘੜੀ 'ਚ ਤੁਸੀਂ ਮਨ ਰੂਪੀ ਪਰਦਾ ਚੱਕ ਕੇ ਬਿਨਾਂ ਮਨ ਤੋਂ ਦੇਖ ਸਕਦੇ ਹੋ, ਉਸੇ ਦੀ ਹੀ ਤਿਆਰੀ ਹੋ ਰਹੀ ਹੈ। ਤੇ ਜਦੋਂ ਪੂਰੀ ਤਿਆਰੀ ਹੋਊਗੀ ਨਾ ਮਿਲਣ ਦੀ, ਫਿਰ ਤੁਸੀਂ ਮਿਲੋਗੇ, ਫਿਰ ਤੁਸੀਂ ਵਾਸਤਵਿਕ ਸਰੂਪ ਦੇਖੋਗੇ। ਨਹੀਂ ਤਾਂ ਬਾਹਰੋਂ ਹੀ ਮਨ ਦੁਆਰਾ ਇਹ ਝੂਠਾ ਰੂਪ ਦੇਖੋਗੇ ਤੇ ਵਿਚਾਰ ਹੀ ਪੈਦਾ ਹੋਣਗੇ। ਸੋਚੋਗੇ ਤੁਸੀਂ ਇਸ ਰੂਪ ਬਾਰੇ, ਇਹ ਰੂਪ ਵਾਸਤਵਿਕ ਨਹੀਂ ਹੈ, ਇਹ ਮਿਥਿਆ ਹੈ। ਤੇ ਅੰਦਰਲੇ ਸਰੂਪ ਦੇਖਣ ਵਾਸਤੇ ਤਿਆਰੀ ਕਰੋ। ਸਮਾਂ ਲੱਗ ਜਾਵੇ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਟਾਈਮ ਲੱਗ ਜਾਵੇ, ਕਾਹਲੀ ਨਾ ਕਰੋ। ਪਰਮਾਰਥ ਦਾ ਮਾਰਗ ਕਾਹਲੀ ਦਾ ਨਹੀਂ ਹੈ, ਸਹਿਜਤਾ ਦਾ ਹੈ, ਧੀਰਜ ਦਾ ਹੈ। ਧੀਰਜ ਰੱਖੋ ਤੇ ਤਿਆਰੀ ਹੋਣ ਦਿਓ। ਤੇ ਜਦੋਂ ਪੂਰੀ ਤਿਆਰੀ ਹੋ ਗਈ ਨਾ, ਫਿਰ ਤੁਸੀਂ ਆਏ ਮਿਲਣ, ਫਿਰ ਵਾਸਤਵਿਕ ਮਿਲਾਪ ਹੋਵੇਗਾ। ਫਿਰ ਮੈਨੂੰ ਬੋਲਣ ਦੀ ਜ਼ਰੂਰਤ ਨਾ ਰਹੇਗੀ, ਨਾ ਹੀ ਤੁਹਾਨੂੰ ਸੁਣਨ ਦੀ ਜ਼ਰੂਰਤ ਹੋਵੇਗੀ। ਫਿਰ ਚੁੱਪਚਾਪ ਗੁਫ਼ਤਗੂ ਚੱਲੇਗੀ ਤੇ ਆਪਣੇ ਆਪ ਹੀ ਸਹਿਜ ਲੀਨਤਾ ਹੁੰਦੀ ਰਹੇਗੀ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਉਹਨੂੰ ਹੀ ਮੈਂ ਕਹਿੰਦਾ ਸਹਿਜ।